घरे भी बना सकते हैं। इन्हूं 1 चम्मच सवेरे 1 चम्मच शामी लो, बिल्कुल तुहानूं घोड़े वर्गी ताकत आ जाएगी। ਕਿਹੜਾ ਇਹੋ ਜਿਹਾ ਫਾਰਮੂਲਾ ਆ ਕਿ ਦੇਸੀ ਨੁਕਤੇ ਆ ਜਿਹੜੇ ਨਾਲ ਜਿਹੜੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋ ਜਾਵੇ? ਕਹੀਏ ਆਪਣੀ ਜਿਹੜੀ ਵੀਕਨੈਸ ਹੈ, ਕਮਜ਼ੋਰੀ ਹੈ, ਉਹਦਾ ਬਹੁਤ ਵੱਡਾ ਕਾਰਨ ਅੱਜ ਕੱਲ੍ਹ ਦਾ ਆਪਣਾ ਖਾਣ ਪੀਣ ਹੈ। ਪੱਛਮੀ ਦੇਸ਼ਾਂ ਨੂੰ ਦੇਖ ਦੇਖ ਕੇ ਆਪਣਾ ਕਾਫੀ ਖਰਾਬ ਕਰ ਚੁੱਕੇ ਹਾਂ, ਅਤੇ ਮੈਂ ਅਪੀਲ ਕਰਾਂਗਾ ਕਿ ਉਹ ਚੀਜ਼ਾਂ ਨੂੰ ਆਪਾਂ ਛੱਡੀਏ, ਆਪਣੀਆਂ ਰਵਾਇਤੀ ਪੁਰਾਣੀਆਂ ਚੀਜ਼ਾਂ ਨੂੰ ਅਪਣਾਈਏ। ਪੀਜ਼ਾ, ਬਰਗਰ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ, ਜਿਹਦੇ ਨਾਲ ਦਿਨ ਬ ਦਿਨ ਸਾਡਾ ਸਰੀਰ ਕਮਜ਼ੋਰ ਹੁੰਦਾ ਗਿਆ। ਔਰ ਉਸ ਤੋਂ ਇਲਾਵਾ ਜਿਹੜੀ ਬਹੁਤ ਵੱਡੀ ਮੰਦਭਾਗੀ ਗੱਲ ਹੈ ਕਿ ਲੋਕ ਨਸ਼ੇ ਵੱਲ ਤੁਰ ਪਏ। ਅੱਗੇ ਦੇਖੋ ਲੋਕ ਪਿੱਤਲ ਵੀ ਵਰਤਦੇ ਸੀ, ਲੋਹਾ ਵੀ ਵਰਤਦੇ ਸੀ। ਹੁਣ ਲੋਹੇ ਵਿੱਚ ਜਿਹੜਾ ਖਾਣਾ ਬਣਾਉਂਦੇ ਸੀ, ਸਾਨੂੰ ਆਪਣੇ ਆਪ ਹੀ ਸਰੀਰ ਨੂੰ ਆਇਰਨ ਮਿਲ ਜਾਂਦਾ ਸੀ, ਖੂਨ ਦੀ ਕਦੇ ਕਮੀ ਮਹਿਸੂਸ ਨਹੀਂ ਹੁੰਦੀ ਸੀ। ਤੁਸੀਂ ਮਿਲਾ ਕੇ ਰੋਜ਼ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮੀ ਲਓ, ਤੁਸੀਂ ਦੇਖੋਗੇ ਕਿ ਤੁਹਾਨੂੰ ਜਿਹੜੀ ਕਈ ਸਾਲਾਂ ਤੋਂ ਆਈ ਕਮਜ਼ੋਰੀ ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲੇਗੀ। ਬਿਮਾਰੀਆਂ ਨੂੰ ਇੱਕ ਤਰ੍ਹਾਂ ਦਾ ਦਬਾਇਆ ਜਾਂਦਾ ਹੈ। ਪੂਰਨ ਟ੍ਰੀਟਮੈਂਟ ਲੈਣ ਲਈ ਆਯੁਰਵੈਦਿਕ ਹੀ ਯੂਜ਼ ਕਰਨਾ ਪਏਗਾ, ਤੁਹਾਨੂੰ ਆਯੁਰਵੈਦਿਕ ਹੀ ਅਪਣਾਉਣਾ ਪਏਗਾ। ਜੋੜ ਪੇਨ ਹੋਣ ਲੱਗ ਗਏ, ਹੱਥਾਂ ਦੇ ਵਿੱਚ ਮਤਲਬ ਉਂਗਲਾਂ ਦੇ ਵਿੱਚ ਪੇਨਾਂ ਵੱਧ ਗਈਆਂ, ਮਤਲਬ ਬੈਕ ਪੇਨ, ਰੀੜ੍ਹ ਦੀ ਹੱਡੀ 'ਚ ਪੇਨ ਹੋਣ ਲੱਗ ਗਈ। ਸਰ ਇਹਨਾਂ ਵਾਸਤੇ ਕਿਹੜੀ ਲਾਹੇਮੰਦ ਜਿਹੜੀ ਬੂਟੀ ਆ? ਦਾ ਨਿਊਜ਼ ਟੇਲਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਅੱਜ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਹੜਿਆਂ ਦੇ ਸਰੀਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਵੀਕਨੈਸ ਆ ਜਾਂ ਕਿਸੇ ਪ੍ਰੋਬਲਮ ਕਰਕੇ ਜਿਹੜੇ ਉਹ ਮਤਲਬ ਟ੍ਰੀਟਮੈਂਟ ਕਰਦੇ ਵੀ ਨੇ ਤੇ ਉਹਨਾਂ ਦਾ ਕੋਈ ਬੈਨੀਫਿਟ ਨਹੀਂ ਹੁੰਦਾ। ਅੱਜ ਦੇਸੀ ਨੁਕਤਿਆਂ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਜਿਹੜੇ ਯੂਜ਼ ਕਰਨੇ ਚਾਹੀਦੇ ਆ ਔਰ ਕਿਹੜੇ ਫਾਰਮੂਲੇ ਘਰ ਦੇ ਵਿੱਚ ਬੈਠੇ ਵਰਤਣੇ ਚਾਹੀਦੇ ਆ। ਔਰ ਵੈਦ ਮੌਜੂਦ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਬਹੁਤ ਬਹੁਤ ਸਵਾਗਤ ਇੱਥੇ ਆਉਣ ਦਾ। ਅੱਜ ਗੱਲ ਕਰੀਏ, ਜਿਹੜਾ ਯੂਥ ਆ ਅੱਜ ਕੱਲ੍ਹ ਜ਼ਿਆਦਾਤਰ ਨਸ਼ਿਆਂ ਦੇ ਵੱਲ ਨੂੰ ਤੁਰ ਪਿਆ ਵਾ। ਹਰੇਕ ਚੀਜ਼ 'ਚ ਸਰੀਰ ਦੇ ਵਿੱਚ ਕੋਈ ਵੀ ਵੀਕਨੈਸ ਹੁੰਦੀ ਆ ਜਾਂ ਮੈਡੀਕਲ 'ਤੇ ਚਲੇ ਜਾਂਦੇ ਆ ਜਾਂ ਨਸ਼ਾ ਪੱਤਾ ਕੋਈ ਯੂਜ਼ ਕਰਦੇ ਆ। ਇਹ ਕਿਹੜਾ ਇਹੋ ਜਿਹਾ ਫਾਰਮੂਲਾ ਆ ਕਿ ਦੇਸੀ ਨੁਕਤੇ ਆ ਜਿਹੜੇ ਨਾਲ ਜਿਹੜੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋ ਜਾਵੇ ਅਤੇ ਜਿਹੜੀਆਂ ਮਾੜੀਆਂ ਮੋਟੀਆਂ ਜਿੱਦਾਂ ਸਰੀਰ ਦੇ ਵਿੱਚ ਕੋਈ ਆਪਾਂ ਕਹਿ ਰਹੇ ਹਾਂ ਕੋਈ ਜੁਆਇੰਟ ਪੇਨ ਹੋਇਆ, ਇਸ ਸਾਰੀਆਂ ਚੀਜ਼ਾਂ ਲਈ ਵੀ ਕੋਈ ਫਾਰਮੂਲਾ ਕੋਈ ਦੱਸਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਅੱਜ ਆਪਣੇ ਸਾਰੇ ਸਾਥੀ ਵੀਰਾਂ ਦੋਸਤਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਕੋਈ ਵੀ ਕਿਸੇ ਤਰ੍ਹਾਂ ਕਿਸੇ ਮਜਬੂਰੀ 'ਚ ਨਸ਼ੇ 'ਚ ਫਸਿਆ ਹੋਇਆ ਹੈ ਤਾਂ ਨਸ਼ੇ ਤਿਆਗੇ। ਨਸ਼ੇ ਤਿਆਗ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਬਣਾ ਸਕਦੇ ਹਾਂ। ਉਸ ਤੋਂ ਇਲਾਵਾ ਜੇ ਕਹੀਏ ਆਪਣੀ ਜਿਹੜੀ ਵੀਕਨੈਸ ਹੈ, ਕਮਜ਼ੋਰੀ ਹੈ, ਉਹਦਾ ਬਹੁਤ ਵੱਡਾ ਕਾਰਨ ਅੱਜ ਕੱਲ੍ਹ ਦਾ ਆਪਣਾ ਖਾਣ ਪੀਣ ਹੈ। ਜੇ ਆਪਾਂ ਆਪਣੇ ਪੁਰਾਤਨ ਆਪਣੇ ਬਜ਼ੁਰਗਾਂ ਨੂੰ ਦੇਖਿਆ ਜਾਏ ਤਾਂ ਸਾਡਾ ਜਿਹੜਾ ਪੁਰਾਣਾ ਵਿਰਸਾ ਹੈ ਬੜਾ ਅਮੀਰ ਵਿਰਸਾ ਹੈ। ਖਾਸ ਕਰ ਅਸੀਂ ਪੰਜਾਬ ਦੇ ਵਾਸੀ ਹਾਂ ਅਤੇ ਗੁਰੂ ਪੀਰਾਂ ਦੀ ਧਰਤੀ ਹੈ ਸਾਰੀ, ਅਤੇ ਬੜਾ ਅਮੀਰ ਵਿਰਸਾ ਹੈ ਔਰ ਬਹੁਤ ਵਧੀਆ ਖਾਣ ਪੀਣ ਹੁੰਦਾ ਸੀ ਸਾਡਾ, ਜਿਹੜਾ ਕਿ ਹੁਣ ਅਸੀਂ ਪੱਛਮੀ ਦੇਸ਼ਾਂ ਨੂੰ ਦੇਖ ਦੇਖ ਕੇ ਆਪਣਾ ਕਾਫੀ ਖਰਾਬ ਕਰ ਚੁੱਕੇ ਹਾਂ। ਅਤੇ ਮੈਂ ਅਪੀਲ ਕਰਾਂਗਾ ਕਿ ਉਹ ਚੀਜ਼ਾਂ ਨੂੰ ਆਪਾਂ ਛੱਡੀਏ, ਆਪਣੀਆਂ ਰਵਾਇਤੀ ਪੁਰਾਣੀਆਂ ਚੀਜ਼ਾਂ ਨੂੰ ਅਪਣਾਈਏ। ਤੁਸੀਂ ਦੇਖੋਗੇ ਕਿ ਆਪਣੀਆਂ ਜਿਹੜੀਆਂ ਪੁਰਾਣੀਆਂ ਪੀੜ੍ਹੀਆਂ ਹੁੰਦੀਆਂ ਸੀ, ਅੱਜ ਤੋਂ ਮਤਲਬ ਜਨਰੇਸ਼ਨ ਦਾਦੇ ਪੜਦਾਦੇ ਵੇਲੇ ਦੀ ਲੈ ਲਈਏ ਤਾਂ ਕਾਫੀ ਸਾਰੀਆਂ ਚੀਜ਼ਾਂ ਆਪਣੇ ਘਰਾਂ 'ਚ ਹੀ ਵਧੀਆ ਯੂਜ਼ ਹੁੰਦੀਆਂ ਸੀ ਔਰ ਅੱਜ ਵੀ ਸਾਡੀ ਰਸੋਈ 'ਚ ਮੌਜੂਦ ਨੇ ਚੀਜ਼ਾਂ। ਬਟ ਅਸੀਂ ਮਤਲਬ ਕਹਿ ਲਓ ਕਿ ਇੱਕ ਦਿਖਾਵੇ ਦੇ ਚੱਕਰ ਵਿੱਚ ਪੀਜ਼ਾ, ਬਰਗਰ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ, ਜਿਹਦੇ ਨਾਲ ਦਿਨ ਬ ਦਿਨ ਸਾਡਾ ਸਰੀਰ ਕਮਜ਼ੋਰ ਹੁੰਦਾ ਗਿਆ। ਔਰ ਉਸ ਤੋਂ ਇਲਾਵਾ ਜਿਹੜੀ ਬਹੁਤ ਵੱਡੀ ਮੰਦਭਾਗੀ ਗੱਲ ਹੈ ਕਿ ਲੋਕ ਨਸ਼ੇ ਵੱਲ ਤੁਰ ਪਏ। ਬਿਲਕੁਲ। ਜਿਹੜੇ ਅਗਰ ਗੱਲ ਜਿਹੜੀ ਕਰੀਏ ਪੁਰਾਣੇ ਸਮਿਆਂ ਦੀ, ਜੇ ਗੱਲ ਕਰੀਏ ਆਪਾਂ ਕਿਸੇ ਵੀ ਬਜ਼ੁਰਗ ਨੂੰ ਲੈ ਲਓ ਪੁਰਾਣੇ ਨੂੰ, ਹਜੇ ਵੀ ਉਹ ਐਨ ਪੂਰਾ ਫਿੱਟ ਦਿਖੂਗਾ ਤੁਹਾਨੂੰ, ਹੈ ਨਾ। ਮਤਲਬ ਚਲੋ ਅੱਜ ਜਿਵੇਂ ਜਿਵੇਂ ਦੌਰ ਚੇਂਜ ਹੋ ਰਹੇ ਨੇ, ਲੋਕ ਆਪਣੇ ਕਿਚਨ ਦੇ ਬਰਤਨਾਂ ਤੋਂ ਹੀ ਚੇਂਜ ਕਰਤਾ। ਪਹਿਲਾਂ ਪਿੱਤਲ ਵਰਤਦੇ ਸੀ, ਹੁਣ ਅੱਜ ਕੱਲ੍ਹ ਪਲਾਸਟਿਕ ਵਰਤ ਰਹੇ ਨੇ। ਇਹਨਾਂ ਦੇ ਵਿੱਚ ਵੀ ਇਹ ਧਾਤੂਆਂ ਦਾ ਫਰਕ ਪਿਆ? ਦੇਖੋ ਜੀ, ਬਹੁਤ ਜ਼ਿਆਦਾ ਫਰਕ ਹੈ। ਅੱਗੇ ਦੇਖੋ ਲੋਕ ਪਿੱਤਲ ਵੀ ਵਰਤਦੇ ਸੀ, ਲੋਹਾ ਵੀ ਵਰਤਦੇ ਸੀ। ਹੁਣ ਲੋਹੇ ਵਿੱਚ ਜਿਹੜਾ ਖਾਣਾ ਬਣਾਉਂਦੇ ਸੀ, ਸਾਨੂੰ ਆਪਣੇ ਆਪ ਹੀ ਸਰੀਰ ਨੂੰ ਆਇਰਨ ਮਿਲ ਜਾਂਦਾ ਸੀ, ਖੂਨ ਦੀ ਕਦੇ ਕਮੀ ਮਹਿਸੂਸ ਨਹੀਂ ਹੁੰਦੀ ਸੀ। ਜਿਵੇਂ ਜਿਵੇਂ ਆਪਾਂ ਇੱਕ ਫੈਸ਼ਨ ਵੱਲ ਤੁਰੇ, ਐਲੂਮੀਨੀਅਮ ਦੇ ਬਰਤਨ ਵਰਤਣੇ ਸ਼ੁਰੂ ਕਰਤੇ ਅਤੇ ਬਿਮਾਰੀਆਂ ਵੱਧਦੀਆਂ ਗਈਆਂ। ਤੁਸੀਂ ਦੇਖੋ ਕਿ ਹੁਣ ਅੱਜ ਹਰ ਚੌਥੇ ਬੰਦੇ ਨੂੰ ਸ਼ੂਗਰ ਹੈ, ਹਰ ਘਰ ਵਿੱਚ ਸ਼ੂਗਰ ਹੈ। ਅੱਗੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ। ਆਪਾਂ ਖਾਣਾ ਪੀਣਾ ਵਧੀਆ ਹੁੰਦਾ ਸੀ, ਘਰ ਦਾ ਘਿਓ ਖਾਂਦੇ ਸੀ, ਸਾਰਾ ਕੁਝ ਕਰਦੇ ਸੀ, ਮਿਹਨਤ ਕਰਦੇ ਸੀ, ਸਰੀਰ ਵੀ ਉਸੇ ਹਿਸਾਬ ਦੇ ਫਿੱਟ ਪੈਂਦੇ ਸੀ। ਤੁਸੀਂ ਅੱਜ ਦੇਖੋ ਕਿ ਇੱਕ 70 ਸਾਲ ਦਾ ਬਜ਼ੁਰਗ ਔਰ ਇੱਕ 40 ਸਾਲ ਦੇ ਬੰਦੇ ਦੀ ਤੁਸੀਂ ਬਰਾਬਰ ਕਰ ਲਓ, 70 ਸਾਲ ਵਾਲਾ ਬਜ਼ੁਰਗ ਜਿਹੜਾ ਪੁਰਾਣਾ ਉਸ ਤੋਂ ਜ਼ਿਆਦਾ ਵਧੀਆ ਫਿੱਟ ਪਿਆ ਹੋਇਆ। ਇਸ ਕਰਕੇ ਮੈਂ ਅਪੀਲ ਕਰਾਂਗਾ ਕਿ ਆਪਾਂ ਜਿਹੜੀਆਂ ਆਪਣਾ ਵਿਰਸਾ ਹੈਗਾ ਉਹਨੂੰ ਸੰਭਾਲੀਏ ਅਤੇ ਆਪਣੀ ਖੁਰਾਕ ਨੂੰ ਸੰਭਾਲੀਏ।
ਅੱਜ ਦੇ ਦੌਰ ਦੇ ਵਿੱਚ ਜਿਵੇਂ ਮਤਲਬ ਵੀਕਨੈਸ ਵੱਧਦੀ ਜਾ ਰਹੀ ਹੈ, ਬੱਚਿਆਂ ਤੋਂ ਲੈ ਕੇ ਮਤਲਬ ਯੰਗ ਏਜ ਤੱਕ ਤੁਸੀਂ ਦੇਖਿਆ ਕਾਫੀ ਜ਼ਿਆਦਾ ਜਿਹੜੀਆਂ ਅੱਜ ਕਮਜ਼ੋਰੀਆਂ ਦੇਖਣ ਨੂੰ ਮਿਲ ਰਹੀਆਂ ਨੇ। ਕਿਹੋ ਜਿਹਾ ਇਹੋ ਜਿਹਾ ਕੋਈ ਫਾਰਮੂਲਾ ਹੋਵੇ ਜਿਹੜਾ ਉਹਨਾਂ ਨੂੰ ਕੋਈ ਟਿਪਸ ਜਿਹੜਾ ਘਰੇ ਬੈਠੇ ਕੋਈ ਯੂਜ਼ ਕਰ ਸਕੇ? ਦੇਖੋ ਆਯੁਰਵੈਦਿਕ ਵਿੱਚ ਬਹੁਤ ਵਧੀਆ ਚੀਜ਼ਾਂ ਪਈਆਂ ਨੇ। ਆਯੁਰਵੈਦਿਕ ਸਾਡੇ ਸਫੇਦ ਮੁਸਲੀ ਆਉਂਦੀ ਹੈ ਜੀ, ਅਸ਼ਵਗੰਧਾ ਆਉਂਦਾ ਹੈ, ਸਤਾਵਰ ਆਉਂਦਾ ਹੈ, ਕੌਂਚ ਬੀਜ, ਸਾਲਮ ਪੰਜਾ, ਗੋਲਡ ਪਸਮ, ਇਹਨਾਂ ਨੂੰ ਤੁਸੀਂ ਮਿਲਾ ਕੇ ਰੋਜ਼ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮੀ ਲਓ। ਤੁਸੀਂ ਦੇਖੋਗੇ ਕਿ ਤੁਹਾਨੂੰ ਜਿਹੜੀ ਕਈ ਸਾਲਾਂ ਤੋਂ ਆਈ ਕਮਜ਼ੋਰੀ ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲੇਗੀ। ਉਸ ਤੋਂ ਇਲਾਵਾ ਸਾਡੇ ਕਾਫੀ ਫਾਰਮੇਸ਼ਨ ਆਈਆਂ। ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਕਿਸੇ ਦੀ ਬੜੀ ਦੇਰ ਤੋਂ ਪਰੇਸ਼ਾਨ ਆ। ਈਵਨ ਯੰਗ ਏਜ ਦੇ ਬੱਚੇ ਵੀ ਆਉਂਦੇ ਆ, ਉਹਨਾਂ ਨੂੰ ਬੜੀਆਂ ਪ੍ਰੋਬਲਮ ਨੇ, ਆਉਂਦੇ ਨੇ ਸਾਡੇ ਕੋਲ। ਸਾਡੀ ਜੜੀ ਬੂਟੀਆਂ, ਸਾਡੀ ਬਹੁਤ ਪੁਰਾਣੀ ਦੁਕਾਨ ਹੈ ਇੱਥੇ। ਮੇਰੇ ਤਕਰੀਬਨ 40 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦੇ ਨੂੰ। ਮੇਰੇ ਫਾਦਰ ਸਾਹਿਬ ਪਹਿਲਾਂ ਕਰਦੇ ਹੁੰਦੇ ਸੀ, ਹੁਣ ਅਸੀਂ ਕਰ ਰਹੇ ਹਾਂ। ਅਤੇ ਅਸੀਂ ਸਪੈਸ਼ਲ ਫਾਰਮੂਲਾ ਬਣਾ ਕੇ ਉਹਨਾਂ ਨੂੰ ਦੱਸ ਦਈਦਾ, ਹਰ ਐਡਵਾਈਸ ਕਰ ਦਈਦੀਆਂ ਨੇ ਜੜੀ ਬੂਟੀਆਂ, ਔਰ ਤਾਜ਼ੀਆਂ ਹੀ ਇੱਥੇ ਅਸੀਂ ਪੀਸ ਕੇ ਦਿੰਦੇ ਹਾਂ। ਜਦੋਂ ਕੋਈ ਆ ਜਾਂਦਾ ਕਿਸੇ ਵੀ ਸਮੱਸਿਆ ਦੇ ਰਿਲੇਟਿਵ ਕੁਝ ਵੀ ਆ ਜਾਵੇ ਤੇ ਤੁਹਾਡਾ ਜਾਣੀ ਕਿ ਆਯੁਰਵੇਦ ਹੀ ਟ੍ਰੀਟਮੈਂਟ? ਟੋਟਲ ਆਯੁਰਵੈਦਿਕ ਹੈ ਜੀ, ਔਰ ਆਯੁਰਵੈਦਿਕ ਵਿੱਚ ਹੀ ਪੂਰਨ ਟ੍ਰੀਟਮੈਂਟ ਹੈ। ਅਦਰਵਾਈਜ਼ ਐਲੋਪੈਥੀ ਦੇ ਵਿੱਚ ਬਿਮਾਰੀਆਂ ਨੂੰ ਇੱਕ ਤਰ੍ਹਾਂ ਦਾ ਦਬਾਇਆ ਜਾਂਦਾ ਹੈ। ਪੂਰਨ ਟ੍ਰੀਟਮੈਂਟ ਲੈਣ ਲਈ ਆਯੁਰਵੈਦਿਕ ਹੀ ਯੂਜ਼ ਕਰਨਾ ਪਏਗਾ, ਤੁਹਾਨੂੰ ਆਯੁਰਵੈਦਿਕ ਹੀ ਅਪਣਾਉਣਾ ਪਏਗਾ। ਅੱਛਾ ਸਰ, ਮੇਰਾ ਇੱਕ ਕੁਐਸਚਨ ਸੀ ਕਿ ਬਹੁਤ ਜਦੋਂ ਕੋਈ ਬੰਦਾ ਪ੍ਰੋਬਲਮ 'ਚ ਹੁੰਦਾ ਆ, ਉਹ ਪੈਸੇ ਖਰਚਣ ਲੱਗਿਆ ਫਿਰ ਦਿਖਦਾ ਨਹੀਂ ਹੈ। ਉਹ ਚਾਹੇ ਫੜ ਕੇ ਲਾਵੇ, ਚਾਹੇ ਕਿਸੇ ਤੋਂ ਮੰਗ ਕੇ ਲਵੇ, ਆਪਣੀ ਉਹਦਾ ਬਸ ਇੱਕੋ ਹੀ ਟਾਰਗੇਟ ਹੁੰਦਾ ਕਿ ਮੈਂ ਆਪਣੀ ਪ੍ਰੋਬਲਮ ਨੂੰ ਸੋਲਵ ਕਰਾਉਣਾ। ਅਤੇ ਸਰ ਉਹ ਬਹੁਤ ਛੋਟੇ ਮੋਟੇ ਜਿਹੜੇ ਦੁਕਾਨਾਂ ਖੋਲ੍ਹ ਕੇ ਬੈਠੇ ਨੇ, ਉਹਨਾਂ ਦੇ ਕੋਲੋਂ ਭਸਮਾਂ ਦੇ ਨਾਮ ਦੇ ਉੱਤੇ ਠੱਗਾ ਠੋਰੀ ਹੋ ਰਹੀ ਨੇ ਵੀ ਅਸੀਂ ਆਹ ਤੁਹਾਨੂੰ ਭਸਮ ਪਾ ਕੇ ਇੰਨੇ ਦੀ ਦੇ ਦਾਂਗੇ। ਈਵਨ ਕਿ ਰੋਡਾਂ ਦੇ ਉੱਤੇ ਟੈਂਟ ਲੱਗੇ ਵੀ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਹੈ, ਉਹ ਫਿਰ ਵੀ ਆਪਣੀਆਂ ਉਹ ਪਤਾ ਨਹੀਂ ਕੀ ਪੀਸ ਕੇ ਉਹਨਾਂ ਨੂੰ ਦੇ ਰਹੇ ਨੇ। ਦੇਖੋ, ਮੈਂ ਸਭ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਆਪਣਾ ਮਿਹਨਤ ਦੀ ਕੀਤੀ ਹੋਈ ਕਮਾਈ ਨੂੰ ਇਸ ਤਰ੍ਹਾਂ ਖਰਾਬ ਨਾ ਕਰੋ। ਆਯੁਰਵੈਦਿਕ ਸਮਾਨ ਕੋਈ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੁੰਦਾ। ਸਹੀ ਗਾਈਡਲਾਈਨ ਦੀ ਤੁਹਾਨੂੰ ਲੋੜ ਹੈ, ਸਹੀ ਹੱਥ ਜਿਹੜਾ ਤੁਹਾਨੂੰ ਐਡਵਾਈਸ ਕਰ ਸਕੇ ਉਹਦੀ ਲੋੜ ਹੈ। ਤੁਸੀਂ ਹੁਣ ਸਾਡੇ ਕੋਲ ਆਓ, ਇੱਥੋਂ ਤੁਹਾਨੂੰ ਅਸੀਂ ਐਡਵਾਈਸ ਕਰਾਂਗੇ। ਤੁਹਾਡੇ ਸਾਹਮਣੇ ਅਸੀਂ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਮਾਨ ਦੱਸਾਂਗੇ, ਔਰ ਬੜੇ ਥੋੜ੍ਹੇ ਪੈਸਿਆਂ ਵਿੱਚ ਆਪਣਾ ਬਹੁਤ ਵਧੀਆ ਇਲਾਜ ਹੋ ਜਾਂਦਾ ਵਾ। ਇਸ ਕਰਕੇ ਜਿਹੜੇ ਸੜਕਾਂ 'ਤੇ ਮੇਰੇ ਵੀਰ ਬੈਠੇ ਆ, ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਕਿਸੇ ਨਾਲ ਧੋਖਾਧੜੀ ਨਾ ਕਰੋ। ਕਿਸੇ ਨੇ ਸਰ ਚਮਕੀਲੀਆਂ ਗੋਲੀਆਂ ਬਣਾਈਆਂ ਆ, ਕਿਸੇ ਨੇ ਉਹਦੇ ਤੇ ਉਹਨੂੰ ਕਿਹਾ ਕਿ ਗੋਲਡਨ ਆ ਜੀ, ਇਹ ਸੋਨਾ ਭਸਮ ਆ, ਆਹ ਚਾਂਦੀ ਭਸਮ ਆ। ਇਹ ਕਿੱਥੋਂ ਤੱਕ ਸੱਚ ਆ ਕਿ ਇਹ ਐਕਚੁਅਲ ਦੇ ਵਿੱਚ ਇਹ ਚੀਜ਼ਾਂ ਹੈ? ਦੇਖੋ, ਮੈਂ ਇਹੀ ਸਲਾਹ ਦਾਂਗਾ, ਜਿਹੜੀਆਂ ਆਮ ਗੋਲੀਆਂ ਆਪਾਂ ਚਮਕ ਦੇਖ ਕੇ ਲੈਂਦੇ ਨਾ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਹ ਇੱਕ ਕਹਾਵਤ ਬੜੀ ਪੁਰਾਣੀ ਬਣੀ ਹੋਈ ਹੈ, ਔਰ ਬਿਲਕੁਲ ਇਹ ਸਾਡੇ 'ਤੇ ਕਰੀ ਉਤਰਦੀ ਹੈ। ਮੈਂ ਤਾਂ ਇਹੀ ਸਲਾਹ ਦਾਂਗਾ ਕਿ ਤੁਸੀਂ ਆਪ ਆਓ, ਆਪਣੇ ਸਾਹਮਣੇ ਖੜ ਕੇ ਸਮਾਨ ਪਵਾਓ, ਔਰ ਸਾਹਮਣੇ ਹੀ ਉਹਨੂੰ ਤਾਜ਼ਾ ਪਿਸਵਾਓ। ਉਹਦੇ ਵਿੱਚ ਕੀ ਹੋਏਗਾ ਕਿ ਇੱਕ ਤਾਂ ਤੁਹਾਨੂੰ ਪਤਾ ਲੱਗੇਗਾ, ਤੁਹਾਡੀ ਨੌਲੇਜ ਵੀ ਵਧੇਗੀ ਵੀ ਕੀ ਸਮਾਨ ਪੈ ਰਿਹਾ ਵੈ ਔਰ ਕਿਸ ਤਰ੍ਹਾਂ ਵਰਕ ਕਰਦਾ ਵੈ। ਉਹ ਸਾਰੀ ਚੀਜ਼ ਅਸੀਂ ਉਹਨੂੰ ਗਾਈਡ ਕਰਾਂਗੇ। ਅੱਜ ਕੱਲ੍ਹ ਹਰੇਕ ਕੋਈ ਪੜ੍ਹਿਆ ਲਿਖਿਆ ਵਾ, ਫਿਰ ਵੀ ਉਹ ਕਿਤੇ ਨਾ ਕਿਤੇ ਗਲਤੀ ਕੋਈ ਕਰ ਬੈਠਦਾ, ਮਤਲਬ ਕਿਸੇ ਨਾ ਕਿਸੇ ਗਲਤ ਹੱਥੀ ਚੜ੍ਹੀ ਜਾਂਦਾ ਵਾ। ਐਡਵਰਟਾਈਜ਼ਮੈਂਟ ਦੇ ਬੋਰਡ ਦੇਖ ਕੇ ਜਾਂ ਮਤਲਬ ਬਹੁਤ ਕਿਸੇ ਦਾ ਮਤਲਬ ਨਾਮ ਸੁਣ ਕੇ ਉਹਦੇ ਕੋਲ ਚਲੇ ਜਾਂਦੇ ਆ। ਬਾਅਦ ਦੇ ਵਿੱਚ ਜਦੋਂ ਟ੍ਰੀਟਮੈਂਟ ਹੁੰਦਾ, ਉਦੋਂ ਨਾ ਮਾਤਰ ਟ੍ਰੀਟਮੈਂਟ ਹੁੰਦਾ। ਸਰ, ਕਿਹੜੇ ਇਹੋ ਜਿਹੇ ਟਿਪਸ ਨੇ ਜਿਹੜੇ ਲਗਾਤਾਰ ਰੂਟੀਨ ਦੇ ਵਿੱਚ ਉਹ ਯੂਜ਼ ਕਰਨ, ਇਹ ਪ੍ਰੋਬਲਮ ਆਵੇ ਹੀ ਨਾ? ਦੇਖੋ, ਸਾਡਾ ਬਲਰਾਜ ਪੰਸਾਰੀ ਦੇ ਨਾਲ ਤੇ YouTube ਚੈਨਲ ਵੀ ਹੈ, ਤੁਸੀਂ ਉਹਦੇ 'ਤੇ ਸਾਡੇ ਫਾਰਮੇਸ਼ਨ ਦੇਖ ਸਕਦੇ ਹੋ। ਜਿਹੜੇ ਦੂਰ ਦਰਾਟੇ ਬੈਠੇ ਮੇਰੇ ਵੀਰ ਹੈ, ਉਹ ਉੱਥੋਂ ਫਾਇਦਾ ਵੀ ਚੱਕ ਸਕਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਬੜੀ ਦੂਰੋਂ ਲੋਕਾਂ ਦੀ ਕਾਲਸ ਆਉਂਦੀਆਂ ਨੇ, ਇਨਫੈਕਟ ਫੋਰਨ ਤੋਂ ਵੀ ਆਉਂਦੀਆਂ ਨੇ। ਅਸੀਂ ਉਹਨਾਂ ਨੂੰ ਇੱਥੇ ਫਰੈਸ਼ ਸਮਾਨ ਪੈਕ ਕਰਕੇ ਵੀ ਭਿਜਵਾਉਂਦੇ ਹਾਂ। ਮੇਰੀ ਅਨੁਰੋਧ ਇਹੀ ਹੈ ਜਾਂ ਆਈਡੀਆ ਇਹੀ ਹੈ ਕਿ ਤੁਸੀਂ ਮਤਲਬ ਕਿਸੇ ਅੱਛੀ ਦੁਕਾਨ 'ਤੇ ਜਾ ਕੇ ਆਪਣੇ ਕੋਲ ਖੜ੍ਹ ਕੇ ਸਮਾਨ ਪਿਸਵਾਓ ਔਰ ਫਰੈਸ਼ ਲਵੋ। ਉਹਦੇ ਵਿੱਚ ਤੁਹਾਡਾ ਫਾਇਦਾ ਇਹ ਵੀ ਹੋਏਗਾ ਕਿ ਉਹਦੇ ਵਿੱਚ ਕੋਈ ਪ੍ਰਜ਼ਰਵੇਟਿਵ ਯੂਜ਼ ਨਹੀਂ ਹੋਏਗਾ। ਪ੍ਰਜ਼ਰਵੇਟਿਵ ਵੀ ਆਪਣੇ ਸਰੀਰ ਨੂੰ ਨੁਕਸਾਨ ਕਰਦੇ ਹੈ। ਜਿਹੜੀਆਂ ਬੰਦ ਪੈਕਿੰਗ ਆਉਂਦੀਆਂ ਨੇ, ਉਹ ਭਾਵੇਂ ਪਿਓਰ ਸਮਾਨ ਹੀ ਪਾਉਣ, ਪਰ ਉਹਨਾਂ ਨੂੰ ਪ੍ਰਜ਼ਰਵੇਟਿਵ ਪਾਉਣਾ ਪੈਂਦਾ ਹੈ। ਅੱਛਾ ਸਰ, ਇੱਕ ਹੋਰ, ਜਿਵੇਂ ਮੰਨ ਲਓ ਕਿਸੇ ਦੇ ਕੋਈ ਬਹੁਤ ਜ਼ਿਆਦਾ ਜੋੜ ਪੇਨ ਕਰਨ ਲੱਗ ਪੈਂਦੇ ਨੇ, ਸਰਦੀਆਂ ਦੇ ਵਿੱਚ ਆਮ ਲੇਡੀਜ਼ ਦੀ ਪ੍ਰੋਬਲਮ ਹੁੰਦੀ ਆ ਕਿ ਜੋੜ ਪੇਨ ਹੋਣ ਲੱਗ ਗਏ, ਹੱਥਾਂ ਦੇ ਵਿੱਚ ਮਤਲਬ ਉਂਗਲਾਂ ਦੇ ਵਿੱਚ ਪੇਨਾਂ ਵੱਧ ਗਈਆਂ, ਮਤਲਬ ਬੈਕ ਪੇਨ, ਰੀੜ੍ਹ ਦੀ ਹੱਡੀ 'ਚ ਪੇਨ ਹੋਣ ਲੱਗ ਗਈ। ਸਰ, ਇਹਨਾਂ ਵਾਸਤੇ ਕਿਹੜੀ ਲਾਹੇਮੰਦ ਜਿਹੜੀ ਬੂਟੀ ਆ? ਇਹਨਾਂ ਵਾਸਤੇ ਬੜਾ ਸੌਖਾ ਫਾਰਮੂਲਾ ਹੈ। ਇਨਫੈਕਟ ਤੁਸੀਂ ਘਰ ਬੈਠੇ ਹੀ ਤਿਆਰ ਕਰ ਸਕਦੇ ਹੋ। ਇਹਦੇ ਵਿੱਚ ਕਿਸੇ ਵੀ ਨੇੜੇ ਅੱਛੀ ਪੰਸਾਰੀ ਦੀ ਦੁਕਾਨ 'ਤੇ ਜਾਓ, ਉਹਨਾਂ ਕੋਲ ਤੁਸੀਂ ਮਿੱਠੀਆਂ ਸਰਿੰਜਾਂ 50 ਗ੍ਰਾਮ ਲੈ ਲਓ, ਬ੍ਰਹਮੀ ਬੂਟੀ 100 ਗ੍ਰਾਮ ਲੈ ਲਓ, ਸ਼ੰਖ ਪੁਸ਼ਪੀ 100 ਗ੍ਰਾਮ ਲੈ ਲਓ। 50 ਗ੍ਰਾਮ ਵਿੱਚ ਸੁੰਡ ਪਾ ਕੇ ਉਹਨੂੰ ਮਿਕਸ ਕਰਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮੀ ਲਓ। ਤੁਸੀਂ ਦੇਖੋਗੇ ਕਿ ਜਿਨ੍ਹਾਂ ਨੂੰ ਗੋਡਿਆਂ ਬਦਲਣ ਤੱਕ ਦੀ ਨੌਬਤ ਆ ਚੁੱਕੀ ਹੈ, ਉਹਨਾਂ ਨੂੰ ਵੀ ਦਿਨਾਂ ਦੇ ਵਿੱਚ ਇਹਨੂੰ ਰਿਲੀਫ ਮਿਲੇਗਾ। ਗੋਡਿਆਂ ਦੀ ਸਰ ਅਕਸਰ ਜਦੋਂ ਸਿਆਣੇ ਬੰਦਿਆਂ ਦੇ ਵਿੱਚ ਦੇਖਣ ਜਾਂਦੇ, ਕਿਉਂਕਿ ਕਿਹਾ ਜਾਂਦਾ ਕਿ ਇਹਦੀ ਗਰੀਸ ਮੁੱਕ ਗਈ ਜੀ ਇਹਨਾਂ ਦੀ,
ਮੰਨ ਲਓ ਇਹ ਗੋਡੇ ਕੜਕੜ ਕਰਨ ਲੱਗੇ, ਜਦੋਂ ਉੱਠਦਾ ਬੰਦਾ ਬਹਿੰਦਾ ਉਹ ਪਟਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਉਹਦੇ ਵਿੱਚੋਂ, ਉਹਦਾ ਕੀ ਕਾਰਨ ਹੁੰਦਾ? ਇਹ ਦੇਖੋ, ਜਦੋਂ ਏਜ ਆਪਣੀ 40 ਪਲੱਸ ਹੋਣੀ ਸ਼ੁਰੂ ਹੋ ਜਾਂਦੀ ਉਦੋਂ ਇਹ ਕਾਮਨ ਪ੍ਰੋਬਲਮ ਹੈ। ਇਹ ਪ੍ਰੋਬਲਮ ਵੀ ਤਾਂ ਸਟਾਰਟ ਹੋਈ ਕਿ ਸਾਨੂੰ ਕਹਿ ਲਓ ਕਿ ਪਿਛਲੇ ਕਾਫੀ ਟਾਈਮ ਤੋਂ ਕੁਝ ਕੰਪਨੀਆਂ ਦਾ ਪ੍ਰੋਪੇਗੈਂਡਾ ਚੱਲਿਆ ਕਿ ਦੇਸੀ ਘਿਓ ਨਾ ਖਾਓ, ਤੁਸੀਂ ਰਿਫਾਈਨਡ ਵਰਤੋ। ਜਿਵੇਂ ਜਿਵੇਂ ਅਸੀਂ ਆਪਣੀ ਲਾਈਫ 'ਚ ਰਿਫਾਈਨਡ ਜਾਂ ਹੋਰ ਚੀਜ਼ਾਂ ਯੂਜ਼ ਕਰਨੀਆਂ ਸ਼ੁਰੂ ਕੀਤੀਆਂ, ਤਿਵੇਂ ਤਿਵੇਂ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਇਹ ਇੱਕ ਬਹੁਤ ਵੱਡਾ ਕਾਰਨ ਹੈ। ਇਹਦੇ ਵਾਸਤੇ ਜਿਹੜਾ ਵੈਸੇ ਮੈਂ ਤੁਹਾਨੂੰ ਹੁਣੇ ਫਾਰਮੂਲਾ ਸੇ, ਇਹ ਫਾਰਮੂਲੇ ਨਾਲ ਵੀ ਤੁਹਾਡੀ ਗਰੀਸ ਬਣੇਗੀ। ਇਸ ਤੋਂ ਇਲਾਵਾ ਸਿੰਪਲ ਤੁੱਕੇ ਆਉਂਦੇ ਆ, ਤੁੱਕੇ ਬਹੁਤ ਵਧੀਆ ਕੈਲਸ਼ੀਅਮ ਦਾ ਕੰਮ ਕਰਦੇ ਆ ਔਰ ਬੜੇ ਸਸਤੀ ਮੈਡੀਸਨ ਹੈ, ਤੁਹਾਡੇ 50 ਰੁਪਏ ਵਿੱਚ ਵੀ ਆਈ ਥਿੰਕ 1 ਮਹੀਨਾ ਚੱਲ ਜਾਏਗਾ। ਉਹ ਤੁਸੀਂ ਯੂਜ਼ ਕਰੋ, 1 ਚਮਚ ਸਵੇਰੇ 1 ਚਮਚ ਸ਼ਾਮੀ। ਇੱਕ ਓਪੀਡੋਲ ਨਾਮ ਦਾ ਤੇਲ ਆਉਂਦਾ ਹੈ, ਉਹ ਤੁਸੀਂ ਜੇ ਨੇੜੇ ਮਿਲ ਜਾਏ ਤਾਂ ਠੀਕ ਹੈ, ਨਹੀਂ ਤਾਂ ਸਿਰਫ ਸਾਨੂੰ ਤੁਸੀਂ ਮੈਸੇਜ ਕਰਕੇ ਮੰਗਵਾ ਸਕਦੇ ਹੋ। ਸਿਰਫ 90 ਰੁਪਏ ਦੀ ਸ਼ੀਸ਼ੀ ਹੁੰਦੀ ਹੈ, ਬਹੁਤ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈ। ਉਹ ਤੇਲ ਤੁਸੀਂ ਸ਼ਾਮ ਨੂੰ ਸੌਣ ਲੱਗਿਆ ਮਾਲਿਸ਼ ਕਰਨੀ ਹੈ। ਕੋਈ ਵੀ ਘਰੇ ਪੁਰਾਣਾ ਕੱਪੜਾ ਸੂਤੀ ਲੈ ਕੇ ਉਹ 'ਤੇ 1-2 ਘੰਟੇ ਬੰਨ੍ਹ ਕੇ ਰੱਖਣਾ ਹੈ, ਜ਼ਿਆਦਾ ਟਾਈਮ ਕੱਪੜਾ ਨਹੀਂ ਬੰਨਣਾ। ਉਹ ਤੁਹਾਨੂੰ ਮਤਲਬ ਵਿਦਇਨ ਡੇਜ਼ ਜਾਂ ਵੀਕ ਕਹਿ ਲਓ, 5-6 ਡੇਜ਼ ਦੇ ਵਿੱਚ ਤੁਹਾਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ। ਸਰ ਜਿਵੇਂ ਮੰਨ ਲਓ ਕੋਈ ਐਨ ਫਿੱਟ ਆ, ਮੰਨ ਲਓ ਕਿਸੇ ਨੂੰ ਉਹਨੂੰ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਕਿਸੇ ਵੀ, ਰੂਟੀਨ ਵਾਈਜ਼ ਉਹ ਕਿਹੜੀ ਮਤਲਬ ਚੀਜ਼ਾਂ ਪਿਸਾ ਕੇ ਡੇਲੀ ਉਹਨੂੰ ਵਰਤੋਂ ਦੇ ਵਿੱਚ ਲਿਆਵੇ ਆਪਣੇ, ਤਾਂ ਜੋ ਉਹਨੂੰ ਉਹਦੀ ਜਿਹੜੀ ਮਤਲਬ ਵੀਕਨੈਸ ਕਦੀ ਵੀ ਉਹਦੇ ਨੇੜੇ ਨਾ ਆਵੇ ਔਰ ਪੂਰਾ ਫਿੱਟ ਰਵੇ? ਦੇਖੋ, ਫੋਰ ਮੇਲਸ ਵਾਸਤੇ ਮੈਂ ਦੱਸਦਾ ਕਿ ਸਫੇਦ ਮੁਸਲੀ ਇੱਕ ਬਹੁਤ ਅੱਛੀ ਚੀਜ਼ ਹੈ। ਇਸ ਤੋਂ ਇਲਾਵਾ ਅਸ਼ਵਗੰਧਾ ਆਉਂਦਾ, ਸਾਡਾ ਸਟ੍ਰੈਸ ਲੈਵਲ ਨੂੰ ਵੀ ਘੱਟ ਕਰਦੀ ਹੈ ਉਹ। ਉਸ ਤੋਂ ਇਲਾਵਾ ਕੌਂਚ ਬੀਜ ਆਉਂਦੇ ਆ, ਸਤਾਵਰ ਆਉਂਦਾ, ਉਹਦੇ ਵਿੱਚ ਨਾਲ ਨਵਰਤਨ ਭਸਮ ਅਸੀਂ ਪਾ ਕੇ ਉਹਨੂੰ ਸੋਨੇ ਦੇ ਸੁਹਾਗੇ ਵਰਗਾ ਕੰਮ ਕਰ ਸਕਦੇ ਹਾਂ। ਠੀਕ ਹੈ, ਬਹੁਤ ਜ਼ਿਆਦਾ ਕੋਸਟਲੀ ਨਹੀਂ ਹੈਗੀਆਂ, ਨੋਮੀਨਲ ਜੇ ਰੇਟ 'ਚ ਇਹ ਚੀਜ਼ਾਂ ਹਰ ਜਗ੍ਹਾ 'ਤੇ ਮਿਲ ਜਾਂਦੀਆਂ ਨੇ। ਠੀਕ ਹੈ, ਇਸ ਤੋਂ ਇਲਾਵਾ ਤੁਸੀਂ ਸਾਡੇ ਕੋਲ ਆਉਣਾ ਚਾਹੋ ਆ ਸਕਦੇ ਹੋ। ਸਾਡੇ ਫ਼ੋਨ ਨੰਬਰਸ ਹੈਗੇ ਨੇ, ਫ਼ੋਨ 'ਤੇ ਤੁਸੀਂ ਆਰਡਰ 'ਤੇ ਘਰ ਬੈਠੇ ਵੀ ਮੰਗਵਾ ਸਕਦੇ ਹੋ। ਇਹ ਤੁਹਾਨੂੰ ਮਤਲਬ ਇੱਕ ਘੱਟੋ ਘੱਟ ਮੈਂ ਸਲਾਹ ਦਿਆਂਗਾ ਕਿ ਸਰਦੀਆਂ ਜ਼ਰੂਰ ਖਾ ਲੈਣਾ ਚਾਹੀਦਾ ਹੈ, ਤਾਂ ਕਿ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਥੋੜ੍ਹਾ ਖਾਣ ਪੀਣ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਵਾ ਅਤੇ ਕਈ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇੱਕ ਵਾਰ ਅਸੀਂ 3 ਮਹੀਨੇ ਇੱਕ ਫਾਰਮੂਲਾ ਲੈ ਲਓਗੇ ਤਾਂ ਤੁਹਾਨੂੰ ਪੂਰਾ ਸਾਲ ਤੁਹਾਡਾ ਸਰੀਰ ਪੂਰਾ ਚੁਸਤੀ ਫੁਰਤੀ ਰਹੇਗੀ। ਸਰ ਅਗਰ ਕੋਈ ਜਿਨ੍ਹਾਂ ਨੂੰ ਨਹੀਂ ਨੌਲੇਜ, ਉਹ ਮੰਨ ਲਓ ਆਮ ਕਿਸੇ ਸ਼ੌਪ 'ਤੇ ਚਲੇ ਜਾਂਦੇ ਨੇ, ਉਹਨਾਂ ਨੂੰ ਕਹਿ ਦਿੰਦੇ ਜੀ ਆਹ ਪੀਸਿਆ ਹੋਇਆ ਸਮਾਨ ਸਾਰਾ ਪਿਆ ਵੀ ਤੁਸੀਂ ਇਹਨੂੰ ਲੈ ਜਾਓ। ਐਕਚੁਅਲ ਦੇ ਵਿੱਚ ਇਹਦੀ ਕੀ ਪਛਾਣ ਹੁੰਦੀ ਹੈ ਕਿ ਇਹ ਮੰਨ ਲਓ ਬਿਲਕੁਲ ਓਰੀਜਨਲ ਆ, ਔਰ ਕਿਹੜੀ ਚੀਜ਼ ਉਹਨਾਂ ਨੂੰ ਆਪ ਲੈ ਕੇ ਪਸਾਉਣੀ ਚਾਹੀਦੀ ਹੈ ਜਿਹਦੇ ਵਿੱਚ ਫਰਕ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਹੇਰ-ਫੇਰ ਹੋ ਸਕਦਾ? ਦੇਖੋ, ਮੇਰੀ ਸਲਾਹ ਇਹੀ ਹੈ ਕਿ ਤੁਸੀਂ ਆਪਣੀ ਲਾਈਫ 'ਚੋਂ 10-15 ਮਿੰਟ ਦਾ ਟਾਈਮ ਕੱਢ ਕੇ ਨਾ ਤੁਸੀਂ ਕੋਲ ਖੜ ਕੇ ਪਿਸਵਾਓ। ਅੱਜ ਦੀ ਡੇਟ 'ਚ ਅਸੀਂ ਭੱਜ ਦੌੜ 'ਚ ਪਏ ਹੋਏ ਹਾਂ, ਸਿਰਫ ਕਿ ਟਾਈਮ ਹੈ ਨਹੀਂ ਸਾਡੇ ਕੋਲ। ਮੇਰੀ ਸਲਾਹ ਇਹੀ ਹੈ ਕਿ ਜਦੋਂ ਵੀ ਸਮਾਨ ਲੈਣਾ ਤੁਸੀਂ 10-15 ਮਿੰਟ ਟਾਈਮ ਕੱਢੋ, ਜਿਹੜੀ ਮਰਜ਼ੀ ਦੁਕਾਨ 'ਤੇ ਜਾਓ, ਉੱਥੇ ਸਮਾਨ ਚੈੱਕ ਕਰੋ, ਕੋਲ ਖੜ ਕੇ ਪਿਸਵਾਓ। ਕੋਸ਼ਿਸ਼ ਕਰੋ ਕਿ ਗ੍ਰਾਈਂਡਰ ਦੇ ਵੀ ਆਪ ਕੋਲ ਖੜ ਕੇ ਕਰਾਓ। ਮੈਂ ਸਮਾਨ ਤੁਹਾਨੂੰ ਦਿਖਾ ਸਕਦਾ, ਜਿਹੜੀਆਂ ਓਰੀਜਨਲ ਚੀਜ਼ਾਂ ਆਉਂਦੀਆਂ ਨੇ ਉਹਦੇ ਬਾਰੇ ਤੁਹਾਨੂੰ ਮੈਂ ਥੋੜ੍ਹੀ ਨੌਲੇਜ ਵੀ ਦੇ ਸਕਦਾ ਵਾਂ। ਮੈਂ ਤੁਹਾਨੂੰ ਸਮਾਨ ਲੜਕੇ ਨੂੰ ਕਹਿਣਾ, ਤੁਹਾਨੂੰ ਦਿਖਾ ਦਿੰਦਾ। ਯੂਜ਼ ਕਿਵੇਂ ਕਰਨਾ ਹੈ ਦੁੱਧ? ਬਰੀਕ ਪਾਊਡਰ ਬਣਾ ਕੇ ਮੈਂ ਤੁਹਾਨੂੰ ਹੁਣੇ ਬਣਾ ਕੇ ਦੱਸਾਂਗਾ, ਘਰੇ ਵੀ ਬਣਾ ਸਕਦੇ ਹਾਂ। ਇਹਨੂੰ 1 ਚਮਚ ਸਵੇਰੇ 1 ਚਮਚ ਸ਼ਾਮੀ ਲਓ, ਬਿਲਕੁਲ ਤੁਹਾਨੂੰ ਘੋੜੇ ਵਰਗੀ ਤਾਕਤ ਆ ਜਾਏਗੀ। ਮਤਲਬ ਕਾਹਦੇ ਨਾਲ? ਦੁੱਧ ਨਾਲ ਜਾਂ ਦੁੱਧ ਨਾਲ ਲਵੋ ਜੀ। 40 ਸਾਲ ਤੋਂ ਘੱਟ ਏਜ ਹੈ ਤਾਂ ਉਹਨੂੰ ਦੁੱਧ ਨਾਲ ਲਓ, 40 ਸਾਲ ਤੋਂ ਉੱਪਰ ਏਜ ਹੈ ਤਾਂ ਪਾਣੀ ਨਾਲ ਯੂਜ਼ ਕਰੋ। ਨੋਰਮਲ ਜਨਰਲ ਵੀਕਨੈਸ ਵਾਸਤੇ ਇਹਦੇ ਵਿੱਚ ਕੁਝ ਵੀ ਹੋਰ ਪਾਉਣ ਦੀ ਲੋੜ ਨਹੀਂ ਹੈ। ਇਹਨੂੰ ਤੁਸੀਂ 1 ਚਮਚ ਸਵੇਰੇ 1 ਚਮਚ ਸ਼ਾਮੀ ਫਰੈਸ਼ ਦੁੱਧ ਲੈ ਕੇ ਹਲਕਾ ਕੋਸਾ ਕਰ ਲੈਣਾ ਹੈ। ਉਹਦੇ ਨਾਲ 1 ਚਮਚ ਸਵੇਰੇ 1 ਚਮਚ ਸ਼ਾਮੀ ਲਓ। ਤੁਸੀਂ ਦੇਖੋਗੇ ਕਿ ਤੁਹਾਨੂੰ ਵਿਦਿਨ 15 ਤੋਂ 20 ਦਿਨਾਂ ਦੇ ਵਿੱਚ ਕਾਫੀ ਅੱਛਾ ਰਿਸਪੌਂਸ ਮਿਲਣਾ ਸ਼ੁਰੂ ਹੋ ਜਾਏਗਾ। ਇਹਨੂੰ ਅਸੀਂ ਜਨਰਲ ਵੀਕਨੈਸ ਵਾਸਤੇ ਵੀ ਲੈ ਸਕਦੇ ਹਾਂ। ਜੇ ਕਿਸੇ ਨੂੰ ਸੈਕਸ ਦੀ ਪ੍ਰੋਬਲਮ ਹੈ ਜਾਂ ਬਚਪਨ ਦੀ ਗਲਤੀਆਂ ਅਗਰ ਕੁਝ ਪ੍ਰੋਬਲਮ ਆ ਗਈ, ਉਹਦੇ ਵਿੱਚ ਵੀ ਇਹ ਫਾਇਦਾ ਕਰੇਗੀ। ਇਸ ਤੋਂ ਇਲਾਵਾ ਜਿਹੜੀ ਆਪਾਂ ਆਪਣੇ ਖਾਸ ਕਰ ਪੰਜਾਬੀਆਂ 'ਚ ਪੰਜੀਰੀ ਦੀ ਰਵਾਇਤ ਹੈ ਕਿ ਹਰ ਸਾਲ ਆਪਾਂ ਬਣਾਉਂਦੇ ਹਾਂ, ਉਸ ਪੰਜੀਰੀ ਵਿੱਚ ਪਾ ਕੇ ਵੀ ਇਹਦਾ ਯੂਜ਼ ਕਰ ਸਕਦੇ ਹਾਂ। ਸਰ ਇਹਦੀ ਕੋਸਟ ਮਤਲਬ ਕਿੰਨੀ ਹੋਏਗੀ? ਜੇ ਇਹਦੇ ਵਿੱਚ ਭਸਮਾਂ ਐਡ ਕਰਦੇ ਆ ਉਹਦਾ ਕੀ ਹਿਸਾਬ ਕਿਤਾਬ ਹੋਵੇ? ਦੇਖੋ, ਇਸ ਚੀਜ਼ਾਂ ਦੀ ਕੋਸਟ ਲਗਭਗ 600 ਰੁਪਏ ਦੇ ਆਸ-ਪਾਸ ਹੈ। ਠੀਕ ਹੈ, ਇਸ ਤੋਂ ਇਲਾਵਾ ਭਸਮਾਂ ਅਲੱਗ-ਅਲੱਗ ਆਉਂਦੀਆਂ ਨੇ, ਉਹ ਅਲੱਗ-ਅਲੱਗ ਸਰੀਰ ਦੇ ਹਿਸਾਬ 600 ਰੁਪਏ ਦੇ ਵਿੱਚ ਜਿਹੜੀ ਤੁਸੀਂ ਇਹ ਖੁਰਾਕ ਤਿਆਰ ਕਰ ਦਿੱਤੀ ਆ, ਇਹ ਸਰ ਇਹਦੀ ਕਿੰਨੀ ਲਿਮਿਟ ਆ ਔਰ ਕਿੰਨੀ ਦੇਰ ਚੱਲੇਗੀ ਇਹ, ਔਰ ਕਿੰਨੇ ਟਾਈਮ ਦੀ ਬਣੀ ਹੈ? ਇਹ 1 ਚਮਚ ਸਵੇਰੇ 1 ਚਮਚ ਸ਼ਾਮੀ ਲੈਂਦੇ ਹਾਂ ਤਾਂ ਲਗਭਗ ਆਪਣਾ 1 ਮਹੀਨੇ ਤੋਂ ਬਾਅਦ ਸਮਾਂ ਨਿਕਲ ਸਕਦਾ ਇਹਦੇ ਨਾਲ। ਠੀਕ ਹੈ ਜੀ, ਔਰ ਇਹਨੂੰ ਅਸੀਂ ਸਟੋਰ ਕਰਨ ਕੇ 6 ਮਹੀਨੇ ਤੱਕ ਵੀ ਇਸ ਨੂੰ ਰੱਖ ਸਕਦੇ ਹਾਂ। 6 ਮਹੀਨੇ ਤੱਕ ਅਸੀਂ ਅਗਰ ਗਿੱਲਾ ਚਮਚ ਨਹੀਂ ਯੂਜ਼ ਕਰਦੇ ਤਾਂ 6 ਮਹੀਨੇ ਵੀ ਇਹ ਖਰਾਬ ਨਹੀਂ ਹੋਏਗੀ। ਇਹਦੇ 'ਚ ਕੋਈ ਪ੍ਰਜ਼ਰਵੇਟਿਵ ਯੂਜ਼ ਨਹੀਂ ਕੀਤਾ ਗਿਆ ਹੋਇਆ, ਬਿਲਕੁਲ ਫਰੈਸ਼ ਸਮਾਨ ਤਾਜ਼ਾ ਲੈ ਕੇ ਹੁਣੇ ਤੁਹਾਡੇ ਸਾਹਮਣੇ ਦੇਖਿਆ ਕਿ ਆਪਾਂ ਪਿਸਿਆ ਉਹਨੂੰ, ਅਤੇ ਇਹਨੂੰ ਆਪਾਂ 1 ਚਮਚ ਸਵੇਰੇ 1 ਚਮਚ ਸ਼ਾਮੀ ਲਵਾਂਗੇ। ਅਤੇ ਮਤਲਬ ਇਹਦੇ ਵਿੱਚ ਕੋਈ ਭਸਮ ਐਡ ਕਰ ਦਿੰਦੇ ਹੋ ਤਾਂ ਸਰ ਉਹਦਾ ਕੀ ਹੋ ਜਾਏਗਾ? ਦੇਖੋ, ਭਸਮਾਂ ਅਲੱਗ-ਅਲੱਗ ਬੋਡੀ ਦੇ ਹਿਸਾਬ ਨਾਲ ਹੁੰਦੀਆਂ ਨੇ। ਕਿਸ ਨੂੰ ਜਿੰਨੀ ਪ੍ਰੋਬਲਮ ਹੁੰਦੀ ਉਹਨੂੰ ਉਸ ਹਿਸਾਬ ਨਾਲ ਐਡਵਾਈਜ਼ ਕੀਤੀਆਂ ਜਾਂਦੀਆਂ ਨੇ। ਉਸ ਤਰ੍ਹਾਂ ਤੇ ਭਸਮਾਂ ਦੇਖੋ, ਗੋਲਡ ਭਸਮ ਆਉਂਦੀ ਹੈ, ਚਾਂਦੀ ਭਸਮ ਆਉਂਦੀ ਹੈ। ਇਹ ਸਾਰੀਆਂ ਚੀਜ਼ਾਂ ਹਰ ਬੰਦੇ ਨੂੰ ਯੂਜ਼ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਉਹ ਵੇਸਟੇਜ ਆਫ ਮਨੀ ਹੈ। ਠੀਕ ਹੈ,
ਮੇਰੀ ਸਲਾਹ ਇਹੀ ਹੈ ਕਿ ਤੁਸੀਂ ਆਓ, ਤੁਹਾਡੀ ਪ੍ਰੋਬਲਮ ਦੇ ਹਿਸਾਬ ਨਾਲ ਮੈਂ ਤੁਹਾਨੂੰ ਐਡਵਾਈਸ ਕਰਾਂਗਾ ਜਿਹੜੀ ਕਿਸਮ ਦੀ ਕੋਈ ਲੋੜ ਹੋਏਗੀ ਤਾਂ। ਬਹੁਤ ਵਧੀਆ ਢੰਗ ਦੇ ਨਾਲ ਸਰ ਨੇ ਜਿੱਦਾਂ ਐਕਸਪਲੇਨ ਕੀਤਾ ਔਰ ਤੁਹਾਨੂੰ ਫਾਰਮੂਲਾ ਤਿਆਰ ਕਰਕੇ ਦੱਸਿਆ ਕਿ ਐਕਚੁਅਲ ਦੇ ਵਿੱਚ ਇਹ ਜਿਹੜੇ ਫਾਰਮੂਲੇ ਨੇ ਇਹ ਉਹ ਫਾਰਮੂਲੇ ਨੇ ਜਿਹੜੇ ਸਦਾ ਬਾਹਰ ਕੰਮ ਆਉਂਦੇ ਨੇ ਔਰ ਜਿਹੜੇ ਆਪਣੇ ਘਰਾਂ ਦੇ ਵਿੱਚ ਜਿਹੜੀ ਕਿਚਨ ਆ ਉਹਦੇ ਵਿੱਚ ਵੀ ਇਹ ਪਾਏ ਜਾਂਦੇ ਨੇ। ਤੇ ਆਹ ਜਿਹੜਾ ਫਾਰਮੂਲਾ ਤੁਹਾਨੂੰ ਦੱਸਿਆ ਇਹਦੇ ਨਾਲ ਜਿਹੜੀ ਵੀਕਨੈਸ ਆ, ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੀਕਨੈਸ ਆ, ਉਹਨੂੰ ਖਤਮ ਕੀਤਾ ਜਾ ਸਕਦਾ। ਉਹਨਾਂ ਲੋਕਾਂ ਨੂੰ ਅਵੇਅਰ ਹੋਣ ਦੀ ਵੀ ਲੋੜ ਆ ਜਿਹੜੇ ਆਮ ਲੋਕੀ ਠੱਗਾਂ ਦੇ ਕੋਲ ਜਾ ਕੇ ਆਪਣਾ ਕਿਰਤ ਦੀ ਕੀਤੀ ਹੋਈ ਮਿਹਨਤਾਂ ਨਾਲ ਕਮਾਈ ਹੋਈ ਕਮਾਈ ਜਿਹੜੀ ਖੂਹ ਦੇ ਵਿੱਚ ਪਾ ਰਹੇ ਨੇ। ਉਹਨਾਂ ਨੂੰ ਵੀ ਇੱਕ ਅਵੇਅਰਨੈਸ ਮੈਸੇਜ ਵੀ ਆ ਕਿ ਅਗਰ ਤੁਸੀਂ ਇਹੀ ਚੀਜ਼ਾਂ ਉਹਨਾਂ ਕੋਲੋਂ ਲੈਂਦੇ ਆ ਤੇ ਤੁਹਾਨੂੰ ਕਿੰਨੇ ਵੱਡੇ ਰੇਟ ਦੇ ਉੱਤੇ ਮਿਲਦਾ ਹੁੰਦਾ। ਆਹੀ ਕੁਛ ਆ। ਹੋਰ ਨਵੀਂ ਅਪਡੇਟ ਲਈ ਬਣੇ ਰਹੋ ਦਾ ਨਿਊਜ਼ ਟੇਲਰ ਦੇ ਨਾਲ। ਕੈਮਰਾ ਪਰਸਨ ਜਸਪ੍ਰੀਤ ਦੇ ਨਾਲ ਕੇਸ਼ ਦੀ ਰਿਪੋਰਟ।